ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੀ ਕਾਮਾ। ਗਗਨ ਦਮਾਮਾ ਬਾਜਿਓ, ਪਰਿਓ ਨੀਸਨ ਕਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਾਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਾਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਸੁਭਾਈਮਾਨ, ਚਾਵਰ ਸ਼ਾਤਰ ਤਖ ਜੀ ਦੇ ਮਾਲਕ, ਯਹਰਾਜ ਹੂਰ ਹਾਜਰਾ ਹਜੂਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਵਿਖੇ ਦਮਦਮੀ ਟਕਸਾਲ ਦੇ ਸਮੁੱਚੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਅਤੇ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਇਹ ਮਹਾਨ ਗੁਰਮਤਿ ਸਮਾਗਮ ਜਿਹੜੇ ਚੱਲ ਰਹੇ ਨੇ, ਦਾਸ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੇ ਕਵੀਸ਼ਰ ਭਾਈ ਸੁਖਪ੍ਰੀਤ ਸਿੰਘ ਜੀ ਸਲੀਨਾ ਹਜੂਰੀ ਕਵੀਸ਼ਰ ਜਥਾ ਦਮਦਮੀ ਟਕਸਾਲ ਅਜਨਾਲਾ ਆਪਾਂ ਨੂੰ ਇਤਿਹਾਸ ਵਿੱਚੋਂ ਦਿੱਲੀ ਨੂੰ ਕਿਵੇਂ ਫਤਿਹ ਕੀਤਾ ਹੈ ਸਿੰਘਾਂ ਨੇ, ਉਹ ਪ੍ਰਸੰਗ ਬੜੇ ਪ੍ਰੇਮ ਨਾਲ ਸਰਵਣ ਕਰਵਾ ਕਰਕੇ ਗਏ ਨੇ। ਆਓ ਕੁਝ ਕਹਿਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੈਠਾ ਬੈਠਾ ਸੁਣ ਰਿਹਾ ਸੀ ਕਿ ਇਹ 12 ਮਿਸਲਾਂ ਦੇ ਉਹ ਯੋਧੇ ਜਿਨ੍ਹਾਂ ਨੇ ਦੁਸ਼ਟਾਂ ਨੂੰ ਸੋਧਾ ਲਾਇਆ, ਦਿੱਲੀ ਨੂੰ ਫਤਿਹ ਕੀਤਾ, ਤੇ ਜੇ ਕਿਸੇ ਨੇ ਰਾਜ ਭਾਗ ਮੰਗਿਆ ਵੀ ਹੈ ਕਿਸੇ ਢੰਗ ਨਾਲ ਵੀ ਤਾਂ ਉਹਨੂੰ ਦਾਨ ਵਿੱਚ ਦੇ ਦਿੱਤਾ। ਸਤਿਗੁਰੂ ਜੀ ਵੀ ਦਾਤੇ ਨੇ ਤੇ ਗੁਰੂ ਕਾ ਖਾਲਸਾ ਵੀ ਦਾਤਾ ਹੈ। ਦਾਨ ਉਹੀ ਕਰਦਾ ਹੈ ਜੋ ਦਾਤਾ ਹੋਵੇ, ਜਿਹਦੇ ਕੋਲ ਕੁਝ ਹੋਵੇ।
ਖਾਲਸੇ ਦੇ ਰਾਜ ਭਾਗ ਦਾ ਮਕਸਦ ਇਹ ਨਹੀਂਗਾ ਜਿਹੜਾ ਦੂਜੇ ਲੋਕਾਂ ਦਾ ਮਕਸਦ ਹੈ ਕਿ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਜਾਂ ਆਪਣਾ ਕੋਈ ਹੁਕਮ ਚਲਾਉਣਾ। ਉਸ ਰਾਜ ਭਾਗ ਵਾਸਤੇ ਤੇ ਖਾਲਸੇ ਨੇ ਕਹਿ ਦਿੱਤਾ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਦੁਨਿਆਵੀ ਰਾਜ ਜੇ ਖਾਲਸੇ ਨੇ ਬਾਣਿਆ ਵੀ ਹੈ, ਜੇ ਸਤਿਗੁਰਾਂ ਨੇ ਉਹ ਖਾਲਸਾ ਰਾਜ ਕਾਇਮ ਵੀ ਕੀਤਾ ਹੈ, ਤਾਂ ਉਹ ਸੰਸਾਰ ਦੇ ਭਲੇ ਵਾਸਤੇ ਸਤਿਗੁਰਾਂ ਨੇ ਇਹ ਰਾਜ ਭਾਗ ਖਾਲਸੇ ਨੂੰ ਦਿੱਤਾ ਹੈ। ਜੋ ਸੰਸਾਰ ਤੇ ਜ਼ੁਲਮ ਹੋ ਰਹੇ ਸੀ, ਜ਼ਾਲਮ ਲੋਕ ਧੱਕਾ ਕਰਦੇ ਸੀ, ਉਸ ਰੱਬ ਦੀ ਖਲਕਤ ਦੇ ਨਾਲ, ਪਰਮੇਸ਼ਰ ਦੀ ਬਣਾਈ ਹੋਈ ਦੁਨੀਆ ਦੇ ਨਾਲ, ਤਾਂ ਉਹਨਾਂ ਨੂੰ ਸੁਧਨ ਵਾਸਤੇ ਪਾਤਸ਼ਾਹ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਸਾਰੇ ਸੰਸਾਰ ਨੂੰ ਸੁੱਖ ਜਿਹੜਾ ਹੈ ਉਹ ਬਖਸ਼ਣਾ ਕੀਤਾ ਹੈ। ਇਹ ਜੋ ਦਿੱਲੀ ਫਤਿਹ ਦਾ ਪ੍ਰਸੰਗ ਹੈ, ਜੇ ਇਹਦੀ ਗਹਿਰਾਈ ਵਿੱਚ ਜਾਈਏ ਤੇ ਇਹ 12 ਮਿਸਲਾਂ ਵੀ ਦਮਦਮੀ ਟਕਸਾਲ ਦੀ ਦੇਣ ਹੈ। ਜਦੋਂ ਅਸੀਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਉਦੋਂ ਜ਼ਿਕਰ ਮਿਲਦਾ ਹੈ ਕਿ ਸਤਿਗੁਰਾਂ ਨੇ ਜਿੱਥੇ ਬਾਬਾ ਦੀਪ ਸਿੰਘ ਜੀ ਤੇ ਬਖਸ਼ਿਸ਼ ਕੀਤੀ ਹੈ, ਗੁਰਮਤਿ ਦੀ ਵਿਦਿਆ ਪੜ੍ਹਾਈ ਹੈ, ਹੋਰ ਕਈ ਭਾਸ਼ਾਵਾਂ ਦਾ ਗਿਆਨ ਦਿੱਤਾ ਹੈ, ਸ਼ਾਸਤਰ ਵਿਦਿਆ ਸਿਖਾਈ ਹੈ, ਹਰ ਕਰਮ ਵਿੱਚ ਨਿਪੁੰਨ ਕੀਤਾ ਹੈ, ਗੁਰਬਾਣੀ ਸੰਪੂਰਨ ਆਪ ਪੜ੍ਹਾਈ ਹੈ, ਸਾਰੇ ਅਰਥ ਪੜ੍ਹਾਏ ਨੇ ਤੇ ਅੱਗੇ ਸੇਵਾ ਕਰਨ ਵਾਸਤੇ ਦਮਦਮਾ ਸਾਹਿਬ ਦੀ ਧਰਤੀ ਤੇ ਜ਼ਿੰਮੇਵਾਰੀ ਦਿੱਤੀ ਹੈ। ਉੱਥੇ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਉਹ ਸਮਾਂ ਵੀ ਆਇਆ ਜਦੋਂ ਸਿੱਖ ਕੌਮ ਦੇ ਹਾਲਾਤ ਬੜੇ ਬਦਤਰ ਹੋ ਗਏ ਸੀ, ਆਪਸੀ ਵਿਰੋਧ ਜਿਹੜਾ ਉਹ ਬਹੁਤਾ ਹੋ ਗਿਆ ਸੀ। ਤਾਂ ਵਿਦਵਾਨ ਲਿਖਦੇ ਨੇ ਕਿ 65 ਜਥੇ ਉਦੋਂ ਜਿਹੜੇ ਆ ਉਹ ਸਿੱਖ ਕੌਮ ਦੇ ਬਣ ਗਏ ਸੀ। ਤਾਂ ਉਹਨਾਂ 65 ਜਥਿਆਂ ਨੂੰ ਇੱਕ ਕੀਤਾ ਹੈ ਤੇ ਉਹ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ। ਉਹ 65 ਜਥੇ ਜਿਹੜੇ ਇੱਕ ਕਰਕੇ 12 ਮਿਸਲਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਇੱਕ ਉਹ ਸ਼ਹੀਦਾਂ ਦੀ ਮਿਸਲ ਹੈ। ਉਸ ਮਿਸਲ ਦੇ ਬਾਬਾ ਜੀ ਮੁਖੀ ਵੀ ਬਣੇ ਅਤੇ ਉਸ ਮਿਸਲ ਨੇ ਵੀ ਨਾਲ ਰਲ ਕਰਕੇ ਕਈ ਕਾਰਜ ਕੀਤੇ, ਜ਼ੁਲਮਾਂ ਦਾ ਨਾਸ਼ ਕੀਤਾ। ਸੋ ਦਿੱਲੀ ਨੂੰ ਕਿਵੇਂ ਫਤਿਹ ਕੀਤਾ ਖਾਲਸੇ ਨੇ, ਉਹ ਪ੍ਰਸੰਗ ਆਪਾਂ ਨੂੰ ਗੁਰਮੁਖਾਂ ਨੇ ਸਰਵਣ ਕਰਵਾਇਆ ਹੈ। ਆਓ ਕੁਝ ਕੁ ਸਮਾਂ ਦਾਸ ਨੂੰ ਆਪ ਜੀ ਦੇ ਦਰਸ਼ਨ ਕਰਨ ਦਾ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਬਾਣੀ ਪੜ੍ਹੀਏ ਤਾਂ ਪਾਵਨ ਗੁਰਬਾਣੀ ਦੇ ਅੰਦਰ ਸਿੱਖੀ ਦਾ ਜੀਵਨ ਜਿਹੜਾ ਹੈ ਸਤਿਗੁਰਾਂ ਨੇ ਬਹੁਤ ਵਿਸਥਾਰ ਨਾਲ ਲਿਖਿਆ ਹੈ, ਕਿਉਂਕਿ ਇਹ ਸਮਾਗਮ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਕਿਉਂਕਿ ਮਹਾਂਪੁਰਖ ਵੀ ਬੰਦਗੀ ਕਰਕੇ ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਬਣਦਾ ਹੈ, ਤੇ ਸ਼ਹੀਦ ਵੀ ਉਹੀ ਹੁੰਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰੇ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲੇਗਾ। ਤੇ ਸਿੱਖ ਦਾ ਜੀਵਨ ਜਦੋਂ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਨੇ ਸਿੱਖ ਦੇ ਕੁਝ ਅਸੂਲ ਜਿਹੜੇ ਸਾਨੂੰ ਵਾਰ-ਵਾਰ ਸਮਝਾਏ ਨੇ, ਉਹ ਇਤਿਹਾਸ ਦੇ ਪੰਨਿਆਂ ਤੇ ਵੀ ਹੈ ਤੇ ਪਾਵਨ ਗੁਰਬਾਣੀ ਦੇ ਵਿੱਚ ਵੀ ਦਰਜ ਨੇ। ਇੱਕ ਥਾਂ ਤੇ ਮਹਾਰਾਜ ਨੇ ਸਿੱਖ ਨੂੰ ਵਡਿਆਈ ਦਿੰਦਿਆਂ ਹੋਇਆਂ ਇੱਕ ਪੰਕਤੀ ਵਿੱਚ ਬਚਨ ਕਹੇ, ਤਿਸ ਗੁਰ ਸਿੱਖ ਕਾਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਮਹਾਰਾਜ ਕਹਿੰਦੇ ਤਿਸ ਗੁਰ ਸਿੱਖ ਨੂੰ ਮੈਂ ਸਦਾ ਮੱਥਾ ਟੇਕਦਾ। ਵੇਖੋ ਆਮ ਦੁਨੀਆ ਮੱਥਾ ਟੇਕੇ ਉਹ ਗੱਲ ਵੱਖਰੀ, ਉਹ ਤੇ ਸਤਿਕਾਰ ਸਤਿਗੁਰਾਂ ਨੇ ਕਰਾਇਆ ਹੀ ਕਰਾਇਆ।
ਜਿਹੜਾ ਗੁਰੂ ਦੀ ਪੂਜਾ ਕਰਦਾ ਹੈ ਉਹਦੀ ਗੁਰੂ ਪੂਜਾ ਕਰਵਾਉਂਦਾ ਹੈ। ਅਸੀਂ ਰੋਜ਼ ਸੁਖ ਆਸਨ ਕਰਨ ਲੱਗੇ ਹਾਂ, ਮਹਾਰਾਜ ਦਾ ਸਰੂਪ ਜਦੋਂ ਸੱਚਖੰਡ ਵਿਖੇ ਲੈ ਕੇ ਜਾਂਦੇ ਆ, ਉਦੋਂ ਇੱਕ ਸ਼ਬਦ ਪੜ੍ਹਦੇ ਆ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਉਸ ਸ਼ਬਦ ਵਿੱਚ ਵੀ ਸਤਿਗੁਰਾਂ ਨੇ ਬਚਨ ਵਰਤਿਆ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਉੱਥੇ ਜਿਹੜਾ ਨਾਨਕ ਸ਼ਬਦ ਆ ਨਾ, ਵਿਦਵਾਨਾਂ ਦੀ ਲਿਖਤ ਮੁਤਾਬਕ, ਗ੍ਰਾਮਰ ਮੁਤਾਬਕ ਉਹਦਾ ਅਰਥ ਕਰੀਏ ਤੇ ਵਿਦਵਾਨ ਕਹਿੰਦੇ ਜਿਹੜਾ ਕੱਕੇ ਨੂੰ ਔਂਕੜ ਵਾਲਾ ਨਾਨਕ ਸ਼ਬਦ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧ ਰੱਖਦਾ। ਇੱਕ ਨਾਨਕ ਮੁਕਤਾ ਹੈ ਕੱਕਾ, ਨੰਨੇ ਨੂੰ ਕੰਨਾ ਨੰਨਾ ਕੱਕਾ ਮੁਕਤਾ ਹੈ। ਇੱਕ ਨਾਨਕ ਨੰਨੇ ਕੰਨਾ ਨੰਨਾ ਕੱਕੇ ਸਿਹਾਰੀ ਹੈ। ਇੱਕ ਨੰਨੇ ਕੰਨਾ ਨੰਨਾ ਕੱਕੇ ਔਂਕੜ, ਤਿੰਨ ਰੂਪਾਂ ਦੇ ਵਿੱਚ ਗੁਰਬਾਣੀ ਵਿੱਚ ਆਉਂਦਾ ਹੈ। ਜਿੱਥੇ ਮੁਕਤਾ ਆਉਂਦਾ ਉੱਥੇ ਵਿਦਵਾਨ ਕਹਿੰਦੇ ਵੀ ਉਹ ਸ਼ਬਦ ਹੀ ਗੁਰੂ ਨਾਨਕ ਦੇਵ ਜੀ ਦੇ ਨੇ ਆਪਣੇ। ਉੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ 974 ਸ਼ਬਦ ਗੁਰਬਾਣੀ ਦੇ ਉਚਾਰਨ ਕੀਤੇ ਨੇ ਆਪਣੇ ਸ਼ਬਦਾਂ ਦੇ ਵਿੱਚ, ਉੱਥੇ ਮੁਕਤੇ ਕੱਕੇ ਵਾਲਾ ਸ਼ਬਦ ਜਿਹੜਾ ਮਹਾਰਾਜ ਨੇ ਆਪਣੇ ਨਾਮ ਦਾ ਵਰਤਿਆ। ਪਰ ਜਿਹੜੇ ਦੂਜੇ ਸ਼ਬਦ ਨੇ ਉਹ ਜ਼ਿਆਦਾਤਰ ਬਾਕੀ ਸਤਿਗੁਰਾਂ ਨੇ ਵੀ ਸ਼ਬਦ ਵਰਤਿਆ ਉਹੀ, ਕਿਉਂਕਿ ਜੋਤ ਉਹੀ ਸਨ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ, ਜੁਗਤੀ ਵੀ ਉਹੀ, ਬਦਲਿਆ ਕੀ ਕਾਇਆ ਸਰੀਰ। ਥਾਪਿਆ ਲਹਿਣਾ ਜੀਵ ਦੇ, ਗੁਰਿਆਈ ਸਿਰ ਛਤਰ ਫਰਾਇਆ। ਜੋਤੀ ਜੋਤ ਮਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ। ਬਸ ਰੂਪ ਬਦਲਿਆ। ਜਨਮ ਸਾਖੀ ਦਾ ਕਰਤਾ ਲਿਖਦਾ ਹੈ, ਨਾ ਬਾਬਾ ਗੋਰ ਨਾ ਬਾਬਾ ਮੜੀ, ਬਾਬਾ ਅੰਗਦ ਕੇ ਹੀਏ ਮਾਹੇ। ਧਿਆਨ ਦੇਣਾ, ਹੁਣ ਜੋਤ ਵੀ ਉਹੀ ਤੇ ਜੁਗਤੀ ਵੀ ਉਹੀ। ਕਈ ਲੋਕ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਕਿਹੜਾ ਅੰਮ੍ਰਿਤ ਛਕਾਇਆ ਜਾਂਦਾ ਸੀ। ਸ਼ਬਦ ਵਰਤਿਆ ਜਾਂਦਾ ਹੈ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਪਰ ਗੁਰਮੁਖੋ ਜੇ ਇਤਿਹਾਸ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਵੀ ਅੰਮ੍ਰਿਤ ਛਕਾਇਆ ਜਾਂਦਾ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਸਿੱਖਾਂ ਪੀ ਲਾਇਆ। ਚਰਨਾਂ ਦਾ ਅੰਮ੍ਰਿਤ ਉਦੋਂ ਵੀ ਛਕਾਇਆ ਜਾਂਦਾ ਸੀ। 10 ਪਾਤਸ਼ਾਹੀਆਂ ਤੱਕ ਇਹ ਮਰਿਆਦਾ ਚੱਲਦੀ ਰਹੀ। 10ਵੇਂ ਪਾਤਸ਼ਾਹ ਨੇ ਵੀ ਆਪਣੀ ਜ਼ਿੰਦਗੀ ਦੇ 24 ਸਾਲ ਚਰਨਾਂ ਦਾ ਅੰਮ੍ਰਿਤ ਛਕਾਇਆ। ਬਾਅਦ ਵਿੱਚ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਹੈ। ਪਰ ਇਹ ਵੀ ਗੁਰੂ ਦੇ ਚਰਨਾਂ ਦਾ ਹੀ ਅੰਮ੍ਰਿਤ ਹੈ। ਜੇ ਇਹਨੂੰ ਆਪਾਂ ਗਹਿਰਾਈ ਨਾਲ ਵਾਚਿਆ ਜਾਵੇ, ਜੁਗਤੀ ਬਦਲੀ ਨਹੀਂ ਗਈ, ਕਿਉਂਕਿ ਸਤਿਗੁਰਾਂ ਨੂੰ ਪਤਾ ਹੈ ਕਿ ਅਸੀਂ ਅੱਗੇ ਗੁਰਿਆਈ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਹੈ, ਤੇ ਫਿਰ ਅੰਮ੍ਰਿਤ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਹੀ ਹੋਵੇਗਾ ਨਾ, ਗੁਰੂ ਦੇ ਚਰਨਾਂ ਦਾ ਹੀ ਹੋਵੇਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ? ਮਹਾਰਾਜ ਨੇ ਬਾਣੀ ਵਿੱਚ ਹੀ ਲਿਖਿਆ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਬਾਣੀ ਹੀ ਗੁਰੂ ਦੇ ਚਰਨ ਹੈ ਤੇ ਬਾਣੀ ਨਾਲ ਹੀ ਅੰਮ੍ਰਿਤ ਤਿਆਰ ਹੁੰਦਾ। ਅੱਜ ਵੀ ਗੁਰੂ ਦੇ ਚਰਨਾਂ ਦਾ ਹੀ ਅੰਮ੍ਰਿਤ ਹੈ, ਜੁਗਤੀ ਬਦਲੀ ਨਹੀਂ ਕਿ ਜੁਗਤ ਸਾਏ, ਜੁਗਤੀ ਉਹੀ ਹੈ। ਅੰਮ੍ਰਿਤ ਪਹਿਲੇ ਦਿਨੋਂ ਹੀ ਹੈ। ਅੰਮ੍ਰਿਤ ਤੋਂ ਬਿਨਾ ਸਿੱਖੀ ਹੈ ਹੀ ਨਹੀਂ। ਸਿੱਖ ਰਹਿਤ ਮਰਿਆਦਾ ਪੜ੍ਹੀਏ ਤੇ ਉਹਦੇ ਪਹਿਲੇ ਹੀ ਪੇਜ ਤੇ ਇਹ ਬਚਨ ਮਿਲਦਾ ਹੈ ਕਿ ਸਿੱਖ ਕਿਸ ਨੂੰ ਕਹਿੰਦੇ ਹਨ, ਸਿੱਖ ਦੀ ਤਾਰੀਫ। ਤਾਂ ਉੱਥੇ ਵੀ ਲਿਖਿਆ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕਰਕੇ 10ਵੇਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਤੇ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਆਪਣਾ ਇਸ਼ਟ ਮੰਨਦਾ ਹੈ ਤੇ ਜਿਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਉਸ ਨੂੰ ਸਿੱਖ ਕਿਹਾ ਜਾਂਦਾ। ਇੱਕ ਨਵਾਂ ਟ੍ਰੈਂਡ ਵੀ ਚੱਲ ਪਿਆ, ਕਹਿਣਗੇ ਵੀ ਜਿਹੜਾ ਅੰਮ੍ਰਿਤ ਛਕਿਆ ਉਹ ਸਿੰਘ ਹੈ, ਜਿਨੇ ਅੰਮ੍ਰਿਤ ਨਹੀਂ ਛਕਿਆ ਉਹ ਸਿੱਖ ਹੈ। ਇਹ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ। ਅੰਮ੍ਰਿਤ ਤਾਂ ਪਹਿਲੇ ਪਾਤਸ਼ਾਹ ਤੋਂ ਛਕਾਇਆ ਗਿਆ, ਫਿਰ ਸਿੱਖ ਤੇ ਸਿੰਘ ਨੂੰ ਵੱਖਰਾ ਕਿਵੇਂ ਕਰ ਦੋਗੇ? ਇਹ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ।
ਸਿੰਘ ਸ਼ਬਦ ਸਾਨੂੰ ਪੱਕੇ ਤੌਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਪਰ ਗੁਰਮੁਖੋ ਇਹਨੂੰ ਆਪਾਂ ਸਿੱਖੀ ਦੇ ਨਾਲੋਂ ਤੋੜ ਕੇ ਨਾ ਵੇਖੀਏ ਵੀ ਕੋਈ ਵੱਖਰਾ ਹੈ, ਨਹੀਂ, ਇਹ ਵੀ ਸ਼ਬਦ ਉਸੇ ਵਿੱਚੋਂ ਹੀ ਪੈਦਾ ਹੋਇਆ ਹੈ। ਇਹ ਸਿੱਖੀ ਦਾ ਹੀ ਸ਼ਬਦ ਹੈ, ਵੱਖਰਾ ਨਹੀਂਗਾ ਜਿਹਨੂੰ ਅੱਜ ਵੱਖਰਾ ਪੇਸ਼ ਕੀਤਾ ਜਾਂਦਾ। ਰਹੋ ਵਿਚਾਰ, ਮੈਂ ਇਸ ਵਿਸ਼ੇ ਵੱਲ ਬਹੁਤਾ ਨਾ ਜਾ। ਧਿਆਨ ਦੇਣ ਵਾਲਾ ਬਚਨ ਹੈ। ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ, ਸਿਰਫ ਸਰੀਰ ਬਦਲਿਆ ਹੈ। ਆਮ ਦੁਨੀਆ ਤੇ ਨਮਸਕਾਰਾਂ ਕਰਦੇ ਹੈ, ਪਰ ਉੱਥੇ ਪਾਤਸ਼ਾਹ ਨੇ ਜਿਹੜਾ ਨਾਨਕ ਸ਼ਬਦ ਵਰਤਿਆ ਹੈ, ਕੱਕੀ ਨੂੰ ਔਂਕੜ ਵਾਲਾ, ਉਹਦਾ ਅਰਥ ਕੀਤਾ ਹੈ ਜਿਨ ਨਾਨਕ ਸਤਿਗੁਰ ਪੂਜਿਆ। ਉੱਥੇ ਅਰਥ ਹੈ ਧੰਨ ਗੁਰੂ ਨਾਨਕ ਦੇਵ ਜੀ ਨੂੰ ਜਿਹਨੇ ਪੂਜਿਆ, ਉੱਥੇ ਹੋਰ ਅਰਥ ਨਹੀਂਗਾ। ਧਿਆਨ ਦੇਣ ਵਾਲਾ ਬਚਨ ਹੈ। ਜਿਵੇਂ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਉੱਥੇ ਵੀ ਗੁਰੂ ਨਾਨਕ ਦੀ ਗੱਲ ਹੈ, ਗੁਰੂ ਨਾਨਕ ਦੇਵ ਜੀ ਦਾ ਹੀ ਨਾਂ ਹੈ ਉੱਥੇ। ਜਿਵੇਂ ਸ਼ਬਦ ਪੜ੍ਹਦੇ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉੱਥੇ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਲ। ਜਿਵੇਂ ਬਚਨ ਪੜ੍ਹਦੇ ਆ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਅਨੇਕਾਂ ਸ਼ਬਦ ਇਹ ਪਾਵਨ ਗੁਰਬਾਣੀ ਵਿੱਚ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਪੂਜਿਆ ਹੈ, ਉਹਨਾਂ ਨੂੰ ਸਾਰੀ ਦੁਨੀਆ ਪੂਜਦੀ ਹੈ। ਗੁਰੂ ਉਹਨਾਂ ਦੀ ਪੂਜਾ ਕਰਵਾਉਂਦਾ ਹੈ। ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਇੱਕ ਹੋਰ ਸ਼ਬਦ ਪੜ੍ਹਦੇ ਹਾਂ, ਜਿਨੀ ਗੁਰਮੁਖ ਨਾਮ ਸਲਾਹਿਆ। ਜਿਨੀ ਗੁਰਮੁਖ ਨਾਮ ਤੇ ਆਇਆ, ਤਿੰਨਾ ਫਿਰ ਵਿਗੜ ਨਾ ਹੋਈ RAM ਰਾਜੇ। ਜਿਨੀ ਸਤਿਗੁਰ ਪੁਰਖ ਮਨਾਇਆ, ਤਿਨ ਪੂਜੇ ਸਭ ਕੋਈ। ਜਿਨ੍ਹਾਂ ਨੇ ਸਤਿਗੁਰੂ ਪੁਰਖ ਨੂੰ ਮਨਾਇਆ, ਉਹਨਾਂ ਨੂੰ ਹਰ ਕੋਈ ਪੂਜਦਾ ਹੈ। ਗੁਰੂ ਨੇ ਉਹਦੀ ਪੂਜਾ ਕਰਵਾਈ। ਚਲੋ ਦੁਨੀਆ ਤੇ ਪੂਜਦੀ ਹੈ, ਪਰ ਜਿਹੜੇ ਸਿੱਖ ਨੂੰ ਗੁਰੂ ਵੀ ਮੱਥਾ ਟੇਕ ਦੇਵੇ, ਉਹਦੀ ਕਿੱਡੀ ਵੱਡੀ ਵਡਿਆਈ ਹੋਵੇਗੀ। ਉੱਥੇ ਮਹਾਰਾਜ ਨੇ ਸ਼ਬਦ ਵਰਤਿਆ, ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ। ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਤਿਸ ਗੁਰਸਿੱਖ ਨੂੰ ਮੈਂ ਸਦਾ ਮੱਥਾ ਟੇਕਦਾ ਹੈ, ਜਿਹੜਾ ਸਿੱਖ ਗੁਰੂ ਦੇ ਹੁਕਮ ਵਿੱਚ ਚੱਲਿਆ, ਗੁਰੂ ਦੇ ਭਾਣੇ ਵਿੱਚ ਚੱਲਿਆ। ਸਿੱਖ ਹੈ ਹੀ ਉਹ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਬਾਕੀਆਂ ਨੂੰ ਮਹਾਰਾਜ ਨੇ ਸਿੱਖ ਹੀ ਨਹੀਂ ਮੰਨਿਆ। ਪਾਤਸ਼ਾਹ ਜੀ ਦਾ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣਾ ਜੋ ਚੱਲੈ ਭਾਈ। ਵਿਛੜ ਚੋਟਾਂ ਖਾਵੈ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ, ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰੂ ਦਾ ਮਿੱਤਰ ਹੈ, ਉਹੀ ਗੁਰੂ ਦਾ ਰਿਸ਼ਤੇਦਾਰ ਹੈ, ਉਹੀ ਗੁਰੂ ਦਾ ਭਰਾ ਹੈ। ਜਿਹੜਾ ਭਾਣੇ ਵਿੱਚ ਚੱਲਦਾ ਹੈ, ਭਾਣੇ 'ਚ ਨਾ ਚੱਲਿਆ ਧੀਰ ਮੱਲ, ਤੇ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ, ਭਾਵੇਂ ਕਿੰਨਾ ਵੀ ਨੇੜੇ ਦਾ ਰਿਸ਼ਤਾ ਸੀ। ਭਾਣੇ 'ਚ ਨਾ ਚੱਲਿਆ ਬਾਬਾ ਰਾਮ ਰਾਏ, ਭਾਵੇਂ ਸਕਾ ਪੁੱਤਰ ਸੀ ਗੁਰੂ ਦਾ, ਪਰ ਮਹਾਰਾਜ ਨੇ ਆਖਿਆ ਜਿੱਧਰ ਨੂੰ ਮੂੰਹ ਉਧਰ ਨੂੰ ਚਲਾ ਜਾ। ਨਾ ਤੂੰ ਸਾਡਾ ਸਿੱਖ ਹੈ ਤੇ ਨਾ ਅੱਜ ਤੋਂ ਬਾਅਦ ਤੂੰ ਸਾਡਾ ਪੁੱਤ ਹੈ। ਅਸੀਂ ਕਿਹੜੇ ਬਾਗ ਦੀ ਮੂਲੀ ਹੈ ਕਹਿ ਦਈਏ ਕਿ ਭਾਣੇ ਤੋਂ ਬਾਹਰ ਵੀ ਸਿੱਖੀ ਕਮਾ ਲਓ। ਮਹਾਰਾਜ ਨੇ ਸਕੇ ਪੁੱਤਰ ਨੂੰ ਵੀ ਭਾਣੇ ਤੋਂ ਬਾਹਰ ਹੋਣ ਕਰਕੇ ਸਿੱਖੀ ਚੋਂ ਖਾਰਜ ਕਰ ਦਿੱਤਾ। ਇਹ ਭਾਣਾ ਸਾਰਿਆਂ ਵਾਸਤੇ, ਹੁਕਮ ਸਾਰਿਆਂ ਵਾਸਤੇ ਹੈ, ਇਹ ਕਿਸੇ ਇੱਕ ਵਾਸਤੇ ਨਹੀਂ। ਇਹ ਨਹੀਂ ਕਿ ਮੇਰੇ ਵਰਗਾ ਪ੍ਰਚਾਰ ਕਰਨ ਵਾਲਾ ਆਖੇ ਕਿ ਮੇਰੇ ਵਾਸਤੇ ਹੁਕਮ ਨਹੀਂਗਾ, ਤੁਹਾਨੂੰ ਮੈਂ ਹੁਕਮ ਸੁਣਾਈ ਜਾਵਾਂ। ਗੁਰੂ ਸਾਹਿਬ ਮੈਨੂੰ ਵੀ ਮਹਾਰਾਜ ਕਹਿੰਦੇ ਨੇ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜੇ ਤੂੰ ਦੂਜਿਆਂ ਨੂੰ ਉਪਦੇਸ਼ ਦੇਣਾ ਤੇ ਆਪ ਨਹੀਂ ਕਰਦਾ, ਤੇ ਤੂੰ ਵੀ ਜੰਮਦਾ ਮਰਦਾ ਫਿਰੇਗਾ। ਸਾਰਿਆਂ ਤੇ ਹੁਕਮ ਇੱਕੋ ਜਿਹਾ ਹੀ, ਬਦਲਿਆ ਨਹੀਂ। ਇਹ ਧਿਆਨ ਦੇਣ ਵਾਲਾ ਬਚਨ ਹੈ, ਇਸ ਨੂੰ ਸਮਝਿਓ। ਪਰ ਉਸ ਸ਼ਬਦ ਦੀ ਗਹਿਰਾਈ ਵਿੱਚ ਜਾਈਏ ਤਾਂ ਪਿੱਛੇ ਸਿੱਖੀ ਦੇ ਕੁਝ ਅਸੂਲ ਬਾਕੀ 4 ਪੰਕਤੀਆਂ ਵਿੱਚ ਮਹਾਰਾਜ ਨੇ ਦਰਸਾਏ ਨੇ। ਉੱਥੇ ਮਹਾਰਾਜ ਕਹਿੰਦੇ ਨੇ, ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪਿਆ। ਤਿਸ ਗੁਰ ਸਿੱਖ ਨੂੰ ਧੰਨ ਧੰਨ ਆਖਣਾ ਕਰੀਏ, ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਪਿਆ ਹੈ, ਗੁਰੂ ਦੇ ਚਰਨਾਂ ਵਿੱਚ ਆ ਗਿਆ ਹੈ। ਤੇ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਭਾਵ ਇੰਨਾ ਹੀ ਨਹੀਂ ਕਿ ਆ ਕੇ ਮੱਥਾ ਟੇਕਿਆ ਤੇ ਬੈਠ ਗਏ ਆ। ਚਰਨਾਂ ਵਿੱਚ ਆਉਣ ਦਾ ਭਾਵ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਆ। ਇਹ ਭਾਵ ਹੈ ਗੁਰੂ ਦੇ ਚਰਨਾਂ ਵਿੱਚ।
धन धन सो गुरसिख कहिए जो सतगुर चरणी आए पया। धन धन सो गुरसिख कहिए जिन हर नामा मुख राम कहिया। मारे कहंदे उस गुरसिख नूं धन धन आखना करिए जिन्हें अपने मुख तो वाहिगुरु वाहिगुरु दा जाप कीता है, परमेश्वर नूं जपिया है। धन धन सो गुरसिख कहिए जिस हर नाम सुनिया मन आनंद भया। तिस गुरसिख नूं धन धन आखिए जिन्हों वाहिगुरु दा नाम सुन करके उहदे मन विच आनंद पैदा हो गया। कईयां नूं ते वाहिगुरु दे नाम तो भी एलर्जी हुंदी है, बड़े तंग हो जाते, पिंडां च विचरदियां इहो जिहे भी मिल जाते। महाराज ते बाणी विच फरमाउंदे भी कईयां नूं नाम तो इन्नी ज्यादा एलर्जी हुंदी है कि जिवें किते बिच्छू ने डंग मार दिता हो। बिच्छू डंग मारदा बड़ा दर्द हुंदा, बड़ा दुख दिंदा है। कहंदे कईयां नूं नाम तो भी इन्ना वड्डा दुख हुंदा, जे कोई नाम जपदा है नाम सुनन तो भी औखे हो जांदे। अज कई प्रचारक भी हैगे ऐसे जिहड़े नाम दा खंडन करदे, कहणगे जी नाम दा अर्थ ते गुण हुंदा है, शब्द ही बदल दिता। कहंदे नाम दा अर्थ वाहिगुरु वाहिगुरु नहीं, नाम दा ते अर्थ ही यह गुण हुंदा है, गुण धारण करना। पर जिहड़ा 70 अंग ते शब्द आउंदा है श्री राग अंदर धन गुरु अर्जन देव सच्चे पातशाह जिहदियां 9 पौड़ियां ने, जाको मुश्किल अत बनै ढोई कोई ना दे। इस शब्द नूं पढ़ के वेखो, इहदे जिहड़े पहले 4 बंद ने उन्हां विच नाम दी महिमा दसी है कि जदों कोई भी सहायता करन वाला ना होवे, जे उस वेले रब दा चेता आ जावे ते तैनूं तत्ती वार नहीं लगण देवेगा। पर जिहड़े दूजे 4 बंद ने ना उन्हां नूं गहराई दे नाल पढ़ोगे तां उहदे विच महाराज ने इह दस्सिया है कि भावें बंदे कोल जिन्ना मर्जी इज्जत मान होवे, सन्मान होवे, उहदा जीवन भी भावें चंगा होवे, रहन सहन भी चंगा होवे, मां बाप दा भी आग्याकार होवे, सज्जना मित्रां नाल भी कदे धोखा ना करदा होवे, सारियां नाल प्यार करन वाला होवे, किसे दा दिल ना दिखाउंदा होवे। पर महाराज कहंदे ने जे रब दा चेता नहीं आया, चित न आयो पार ब्रह्म तां सर्प की जून गया। उत्थे महाराज कहंदे जे रब दा चेता नहीं आया ते फिर वो सप दी जूनी च पवेगा, जमा दी मार हेठ आवेगा। नाम जपना हर एक वास्ते जरूरी है, नहीं तां ओदी नदर तो बिना जे जुग चारे आरजा होर दसूनी होए। नवा खंडा विच जानिया नाल चलै सब कोई, चंगा नाव रखाए कै जस कीरत जग ले। जे तिस नदर ना आवई तां बात ना पुछा के, किसी ने पुछना भी नहीं, भावें ओदे मूंह ते ओदा जस होवे, पिठ पिछे भी ओदी वडियाई होवे। यही तां सारी दुनिया चाहुंदी। चलो एक तां हुंदा ना मूंह ते जस होवे ते पिठ पिछे लोग बदनामी करदे आ, आप कह सकते लो जी इहदा कादा जस। पर महाराज ने तो उत्थे कहा है चंगा नाव रखाए का जस कीरत जग ले। ओदे मुंह ते भी ओदा जस होवे, ओदी पिठ पिछे भी ओदी कीरती होवे, पिठ पिछे भी ओनू कोई माड़ा ना कहंदा होवे। पर जे रब दी निगाह विच नहीं आया तां कहंदे ओनू पुछना किसी ने नहीं, उत्थे कोई वडियाई नहीं ओनू मिलनी रब दी दरगाह। इस करके पातशाह कहंदे ने धन धन सो गुरसिख कहिए जिस हर नाम सुनिया मन आनंद भया, जिन्हों आनंद प्राप्त होया वाहिगुरु दे नाम दे विच। धन धन सो गुरसिख कहिए जिन सतगुर सेवा कर हर नाम लया। जिन्हें गुरु की सेवा करके वाहिगुरु दे नाम की प्राप्ति की है, उस गुरसिख नूं धन धन आख्या है। जिहड़ा इन्हां हुकमां दी कमाई करन वाला गुरसिख है, उन्होंने महाराज ने कह दिता तिस गुरसिख कौं हाउ सदा नमस्कारी, जो गुर कै भाणै गुरसिख चलिया। जिहड़ा गुरु दे हुकम विच गुरसिख चलिया है, उन्होंने असीं सदा मत्था टेकदे। धन गुरु गोबिंद सिंह महाराज जी का इतिहास पढ़िए, जिक्र मिलता है कि धन गुरु गोबिंद सिंह महाराज के नाल 52 कवि रहिंदे सन। 52 कवि महाराज ने अपने कोल रखे सी। अज भी पावन स्थान गुरुद्वारा श्री पाउंटा साहिब जाइए, उत्थे वो स्टेज बनी हुई है,
जमुना के कंढे दे उत्ते। ते जिथे गुरमुखो वो 52 कवि जिहड़े ने कवितावां महाराज नूं सुनाया करते सन। विद्वान लिखते हैं कि उस स्टेज के उपर महाराज भी खलो के कविता बोलिया करते सन। वो अज सीसियां विच बनी हुई है स्टेज, लागों जमुना लंघदी है। इतिहास गवाह कहंदे वो बड़ा शां शां करया करदी सी, रौला पाया करदी सी। महाराज ने आख्या जमुना इत्थे साडा दीवान सजदा है, इत्थे बंदगी वाले पुरख रहिंदे ने, तू उन्हां दे कर्म विच विघन पाउणी है, इत्थों चुप करके लंघिया कर, इत्थे रौला ना पाया कर, बंदगी वालियां दे विच विघन ना पाई। अज भी जाओ उन्ने थां विच जमुना दी आवाज नहीं आउंदी, अगे जा करके वेखोगे तो छां छां करदी है। अज भी हुक्म मनदी है गुरु साहब, असीं इंसान होके नहीं मनदे, वो वखरी गल है, वो अज भी मनदी है। जिथे महाराज ने 52 कवि रखे सन, उथे सतगुरु पातशाह जी ने लिखारी रखे सन। कई विद्वानां ने उन्हां दी गिणती 36 लिखारी लिखी है, 36 लिखारी महाराज ने रखे हुए सन, जिन्हां विचों कईयां दे नाल नाल मुनशी शब्द इतिहास विच लगदा है। वो लिखत पढ़दा काम भी करते सन। ते गुरु प्यार वालिओ सारा लैण देण दा कारज भी उन्हां दे हथ मार ने दिता होया। उन्हां विचों एक सिंह होया, सिख होया है, जिहदा नाम सी भाई आसा सिंह मुनशी, बड़ी चढ़दी कला वाला सी। ये सतगुरां दी सारी जिम्मेवारी सामभदा सी। एक दिन एक सिख आनंदपुर साहब आया, उहदी बच्ची दा आनंद कारज सी, पर उहदे कोल धन नहीं। आया ते महाराज दे कोल सहायता लैण वास्ते, पर महाराज उत्थे नहीं सन। फिर भाई आसा सिंह दे कोल जा करके उसने तरला लिया कि भाई आसा सिंह जी, सारी जिम्मेवारी महाराज साहब ने तुहानू दिती हुई है, कृपा करो, मेरी बच्ची दा आनंद कारज है, मैनू माया दी लोड़ है, मैं सतगुरां कोलों लैण वास्ते आया, पर सतगुरु जी इत्थे नहीं, तुसीं कृपा करके मेरा कारज कर दिओ। भाई आसा सिंह कहन लगा, मैं अपने आप किवें कर सकदा है, किन्नी माया चाहिए? कहन लगे जी 500 रुपया। कहन लगे एडी वड्डी रकम मैं नहीं दे सकदा महाराज दे पुछियां तो बिना। पर सिख ने आख्या, भाई आसा सिंघा, अज मेरी इज्जत तेरे हाथ है, जे अज मैनू माया ना मिली ते मेरी धी दा डोला नहीं उठना, उहदा आनंद कारज रह जाना, मेरी पत रुल जानी है। तू कृपा कर, गुरु दे वास्ते एक कारज कर दे। भाई आसा सिंह दे नेत्र भर आए, मन विच दया आई, सिक्खी दा स्वरूप की, सिख किहो जिहा होना चाहिए, ध्यान देण वाला बच्चा। सो गुरु प्यार वालिओ, भाई आसा सिंह ने हुंडी लिख दिती, जिवें अजकल आपां चैक दिंदे ना, पुराने समय विच हुंडी लिखी जांदी सी। हुंडी लिख दिती कि इस सिख नूं 500 रुपया दे दिता जावे, सतगुरां दा हुक्म है। सिख हुंडी लै करके गुरु प्यार वालिओ चल करके गया, 500 रुपया उसनूं प्राप्त होया ते उसने अपनी बच्ची दा आनंद कारज कीता। समा बतीत होया, कुछ समय बाद सतगुरां दे कोल आया। कई विद्वानां ने लिखिया कि साल बाद आया। महाराज दे चरनां विच आया, मत्था टेकिया ते कहन लगा, महाराज आप जी दा कोटान कोट शुक्र है, शुकराना है, जे आप जी मेरी बाह ना फड़दे ते मेरी बच्ची दा आनंद कारज नहीं सी होना, जे आप जी 500 रुपया ना दिंदे। मारे कहंदे, भाई सिखा सी तां तैनूं कोई रुपया नहीं दित्ता, माया नहीं दित्ती। कहन लगा, महाराज मैं भाई आसा सिंह कोलों लैके गया। मारे कहंदे, भाई आसा सिंह ने साडे पुछियां तो बिना ही दे दित्ती, सानू दस्सिया भी नहीं। जाओ बुलाओ भाई आसा सिंह। भाई आसा सिंह नूं पता लगा ते इतिहासकार लिखदे ने कि भाई आसा सिंह जी उत्थों दौड़ गए। मन विच भय सी गुरु साहब दा।
कुछ दिन ना आए, फिर मन विच विचार आया कि आसा सिंघा तू किहड़ा कोई गलत काम कीता, चल महाराज दे कोल, जे कोई भुल होवेगी बख्शा लवांगे, आपां किहड़ा गलत काम कीता, भय काहदा रखना। भाई आसा सिंह उस वेले चल करके महाराज दे चरनां च आया, मत्था टेकिया। सारे उड़ीकदे सन कि गुरु प्यार वालिओ भी अज की आखणगे महाराज भाई आसा सिंह। सारियां दी अख टिकी हुई सी। जा मत्था टेकिया ते भाई आसा सिंह जदों पहुंचे, महाराज कहंदे भाई आसा सिंह फलाने सिख नूं तुसीं माया दित्ती? हाँ महाराज 500 रुपया दिता। महाराज कहंदे सानूं दस्सिया ही नहीं, साडे पुछण तो बिना ही दे दिता। महाराज पहला तो मैं विचारिया सी कि ना देवां, पर जदों मैं हुंडी लिखण भी लगा सी उदों भी मेरा मन एक बार थिड़किया सी। मैं कलम नूं शाही नाल लबेड़ भी लिया सी, फिर मन डोलिया कि ना देवां, महाराज ने तो पुछया नहीं। पर महाराज उदों बाद भाना वापर गया, मेरे कोलों रिहा नहीं गया। महाराज कहन लगे की भाना वापरिया? कहन लगा महाराज इन्ने चिर नूं कलम बोल उठी। महाराज कहंदे कलम बोल उठी? कलम ने की आखिया? भाई आसा सिंह ने वचन लिखे, अज भी इतिहास विचों मिलदे। भाई आसा सिंह कहन लगे महाराज कलम बोल उठी। कलम ने आखिया मेरा मुख काला किया, जे ना करे पर उपकार। कलम कहंदी है कि तू मेरा मुंह काला कीता शाही दे नाल, पर जे मेरा मुंह काला करके भी जे तू भले दा कर्म ना कीता, तेरा मुख काला करूं पलटा लियाऊं दरबार, ते मैं फिर तेरा मुंह काला करूंगी ते रब दे दरबार विच तेरे तो बदला लवांगी। महाराज कलम ने जदों इउं कहा ते मैं अंदरों कंब गया कि नहीं ये ते परोपकार करना पैना है, नहीं तो ये बदला लवेगी। महाराज मैं तां ये कारज कीता है। महाराज सिंघासन तो उठे ते भाई आसा सिंह नूं जफ्फी विच लै के कहंदे सिखा तेरे वर्गे सिखां दे हत्थ विच ये कलम शोभा पाउंदी है। गज करके आखो सतनाम श्री वाहिगुरू। ये सिੱਖੀ दा शिखर है, ये सिੱਖੀ दा जीवन है। इहो जे सिखां नूं पातशाह जी ने वडियाईयां दित्तियां है ते इहो जे ही सिख जिहड़े गुरु दे हुक्म विच चलण वाले ने, उन्हां ने अपना आपा गुरु तो निशावर कीता। जिन्हां शहीदां दी याद विच आपां जुड़ के बैठे आ, उन्हां ने अपना समुच्चा जीवन जिहड़ा वो गुरु दे लेखे लाया है। लोड़ है असीं भी उन्हां गुरसिखां दे जीवन विचों कुछ किनकाई जीवन प्राप्त करके अपना जीवन सवार सकीए, तां साडा संसार ते आया जिहड़ा है सफला होवेगा। सतगुरु जी कृपा करन सानू भी मत आ जावे, असीं उन्हां गुरसिखां दे जीवन विचों किनका की प्राप्त करके अपना जीवन सवार सकीए। सतगुरु जी कृपा करन। इतनी सेवा दाह दी प्रवान करियो। समुचियां संगतां दा धन्नवाद है। सारे दमदमी टकसाल दे विद्यार्थी विद्वान सज्जन मेरे तो सीनियर बैठे हुए ने, दास नूं जिन्ना को हुक्म होया सी दर्शन करन दा वो आप जी दे दर्शन कीते ने। सो सारियां दा धन्नवाद। इत्थों दे प्रबंधकां दा सिंह साहब भाई साहब भाई अमरीक सिंह जी अते समुचे विद्यार्थियों का धन्नवाद। कोटान कोट धन्नवाद साहिब श्री गुरु ग्रंथ साहिब जी दा। भुलां दी खिमा बख्शियो। बुलाओ फतेह। वाहिगुरु जी का खालसा वाहिगुरु जी की फतेह।